मुहर्रम के जुलूस च लोग लाठियां लेके, भाले लेके, तलवार लेके, बंदूक लेके जा रहे हैं और जारी बस के उत्ते हमला कर रहे हैं। सानू इस गल ते इतराज है कि हरियाणा पुलिस या आर्म पुलिस नूं एयरलिफ्ट क्यों कराया, क्यों नहीं उन्होंने दंगाइयां नूं गोली मार के रस्ता बना के साडी फोर्स गई। 2000 ਤੋਂ ਵੱਧ ਹਿੰਦੂ ਸਮਾਜ ਦੇ ਲੋਕ ਸ਼ਾਂਤਮਈ ਤਰੀਕੇ ਨਾਲ ਮੰਦਿਰ 'ਚ ਸ਼ਰਨ ਲਈ ਬੈਠੇ ਸੀਗੇ, ਉਹਨਾਂ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਕੋਈ ਤਾਲਿਬਾਨ ਦਾ ਦੇਸ਼ ਨਹੀਂ ਹੈ, ਇਹ ਹਿੰਦੁਸਤਾਨ ਹੈ ਤੇ ਮਹਾਤਮਾ ਬੁੱਧ, ਮਹਾਤਮਾ ਗਾਂਧੀ ਵਰਗੇ ਵਿਦਵਾਨ ਲੋਕ ਰਹੇ, ਗੁਰੂ ਨਾਨਕ ਦੇਵ ਜੀ ਦੀ ਜਨਮ ਭੂਮੀ ਹੈ। ਤੁਸੀਂ ਵੇਖ ਰਹੇ ਹੋ ਨਿਊਜ਼ ਐਂਡ ਪੰਜਾਬੀ। ਮੈਂ ਪਟਿਆਲਾ ਤੋਂ ਚਰਨਜੀਤ ਸਿੰਘ ਕੋਹਲੀ। ਪਿਛਲੇ 2 ਦਿਨਾਂ ਦੀ ਗੱਲ ਕਰੀਏ, ਹਰਿਆਣਾ ਦੇ ਵਿੱਚ ਜਿਸ ਤਰ੍ਹਾਂ ਦੀ ਜਾਤੀ ਹਿੰਸਾ ਹੋਈ ਹੈ, ਉਸ ਨੂੰ ਲੈ ਕੇ ਹੁਣ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਵੀ ਉਹਦਾ ਰੋਸ ਦੇਖਣ ਨੂੰ ਮਿਲ ਰਿਹਾ। ਸਾਡੇ ਨਾਲ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਅਧਿਕਸ਼ ਪਵਨ ਗੁਪਤਾ ਜੀ, ਇਹਨਾਂ ਨਾਲ ਗੱਲ ਕਰਦੇ ਹਾਂ। ਅੱਜ ਇਹਨਾਂ ਨੇ ਇੱਕ ਪ੍ਰੈਸ ਵਾਰਤਾ ਕੀਤੀ ਹੈ ਇਸ ਮਾਮਲੇ ਨੂੰ ਲੈ ਕੇ। ਕਿਤੇ ਨਾ ਕਿਤੇ ਕੇਂਦਰ ਸਰਕਾਰ ਦੀ ਨਖੇਦੀ ਕਹਿ ਰਹੇ ਹਾਂ, ਹਰਿਆਣਾ ਸਰਕਾਰ ਦੀ ਨਖੇਦੀ ਕਹਿ ਰਹੇ ਹਾਂ, ਕਿਉਂਕਿ ਭਾਜਪਾ ਦੀ ਹੀ ਸਰਕਾਰ ਉੱਤੇ ਬਣੀ ਹੋਈ ਹੈ। ਤੁਹਾਡਾ ਚੈਨਲ ਤੇ ਸਵਾਗਤ ਹੈ ਪਵਨ ਜੀ। ਬਹੁਤ ਧੰਨਵਾਦ ਜੀ। ਕਿਸ ਤਰ੍ਹਾਂ ਦੇਖਦੇ ਹੋ ਕੱਲ ਜਿਹੜੀ ਇਹ 2 ਦਿਨਾਂ ਦਾ ਘਟਨਾਕ੍ਰਮ ਹੋਇਆ, ਹਿੰਸਾ ਹੋਈਆਂ, ਉੱਥੇ ਧਰਮ ਦੇ ਨਾਮ ਦੇ ਉੱਤੇ 2 ਪਕਸ਼ ਲੜਦੇ ਆ, ਬਹੁਤ ਨੁਕਸਾਨ ਹੋਇਆ, ਕਿਵੇਂ ਦੇਖਦੇ ਹੋ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ 2 ਪਕਸ਼ ਬਿਲਕੁਲ ਵੀ ਨੇੜੇ। ਮੇਵਾਤ ਦੇ ਵਿੱਚ ਜਿਹੜੀ ਨੂੰਹ ਦੇ ਵਿੱਚ ਘਟਨਾ ਹੋਈ ਆ, ਉਹਦੇ ਵਿੱਚ ਇਸਲਾਮੀ ਜਹਾਦੀ ਤਾਕਤਾਂ ਨੇ ਪ੍ਰੀ ਪਲਾਨ ਹਿੰਦੂਆਂ ਦੇ ਧਾਰਮਿਕ ਯਾਤਰਾ ਬਰਜ ਮੰਡਲ ਯਾਤਰਾ ਦੇ ਉੱਤੇ ਹਮਲਾ ਕੀਤਾ ਗਿਆ। ਔਰ ਉਹ ਕਿਉਂਕਿ ਆਪਾਂ ਜਦ ਦੰਗਾ ਤਾਂ ਕਹਿੰਦੇ ਜਦੋਂ 2 ਫਿਰਕੇ ਆਪਸ 'ਚ ਲੜ ਪੈਣ। ਉੱਥੇ ਦਾ ਇੱਕ ਫਿਰਕਾ ਜਿਹੜਾ ਹਿੰਦੂ ਧਰਮ ਦਾ ਫਿਰਕਾ ਸੀ, ਉਹ ਬਿਲਕੁਲ ਸ਼ਾਂਤ ਸੀਗਾ, ਆਪਣੀ ਧਾਰਮਿਕ ਪਰੰਪਰਾ ਦੇ ਅਨੁਸਾਰ ਸ਼ੋਭਾ ਯਾਤਰਾ ਕੱਢ ਰਿਹਾ ਸੀ। ਪਰ ਦੂਜੇ ਪਾਸੇ ਇਸਲਾਮੀ ਜਹਾਦੀ ਤਾਕਤ, ਜਿਨ੍ਹਾਂ ਦੇ ਮਨ ਦੇ ਵਿੱਚ ਇੱਕ ਫੂਰ ਹੈ, ਇਸ ਤਰ੍ਹਾਂ ਦੇ ਇੱਕ ਮਨ ਦੇ ਵਿੱਚ ਫਤੂਰ ਹੈ ਕਿ ਅਸੀਂ ਦੇਸ਼ ਨੂੰ ਤੋੜਨਾ ਹੈ, ਅਸੀਂ ਜਿਹੜਾ ਇਸ ਦੇਸ਼ ਦੇ ਉੱਤੇ ਕਬਜ਼ਾ ਕਰਨਾ ਹੈ, ਉਹਨਾਂ ਨੇ ਉੱਥੇ ਜਿਹੜਾ ਹੈ ਉਹ ਯਾਤਰਾ ਰੋਕੀ, ਉਹਦੇ ਉੱਤੇ ਫਾਇਰਿੰਗ ਕੀਤਾ, ਪਥਰਾਓ ਕੀਤਾ। 2000 ਤੋਂ ਵੱਧ ਹਿੰਦੂ ਸਮਾਜ ਦੇ ਲੋਕ ਸ਼ਾਂਤਮਈ ਤਰੀਕੇ ਨਾਲ ਮੰਦਿਰ 'ਚ ਸ਼ਰਨ ਲਈ ਬੈਠੇ ਸੀਗੇ, ਉਹਨਾਂ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਇੱਥੋਂ ਤੱਕ ਕਿ ਦੇਸ਼ ਦੇ ਸੰਵਿਧਾਨ ਔਰ ਕਾਨੂੰਨ ਨੂੰ ਚੈਲੰਜ ਕਰਦੇ ਹੋਏ ਜਿਹੜੀ ਦੇਸ਼ ਦੀ ਸਿਕਿਉਰਿਟੀ ਫੋਰਸਿਸ, ਆਰਮਡ ਫੋਰਸਿਸ ਅਮਨ ਕਾਨੂੰਨ ਵਿਵਸਥਾ ਨੂੰ ਕਾਇਮ ਕਰਨ ਲਈ ਜਾ ਰਹੀ ਸੀ, ਦੰਗਾਈਆਂ ਨੇ ਜ਼ਬਰਦਸਤੀ ਉਹਨਾਂ ਦਾ ਰਸਤਾ ਰੋਕ ਲਿੱਤਾ। ਸਰਕਾਰ ਦੀ ਬੇਵਸੀ ਤੁਸੀਂ ਇੰਨੀ ਦੇਖੋ ਕਿ ਉਹ ਸਰਕਾਰ ਉਹਨਾਂ ਦੰਗਾਈਆਂ ਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਇਸ ਮਿਲਟਰੀ ਨੂੰ, ਸੈਨਾ ਨੂੰ ਜਾਂ ਸਿਕਿਉਰਿਟੀ ਫੋਰਸਿਸ ਨੂੰ 에ਅਰਲਿਫਟ ਕਰਾ ਕੇ ਉੱਥੇ ਭੇਜ ਰਹੀ ਹੈ। ਇਹ ਸਾਡੀ ਹਰਿਆਣੇ ਦੀ ਭਾਜਪਾ ਸਰਕਾਰ ਦੀ ਬੇਵਸੀ ਸੀਗੀ। ਮੇਰੀ ਮੰਗ ਹੈ ਕਿ ਇਹ ਜਿਹੜੇ ਦੰਗਾਈ ਸੀਗੇ, ਜਿਨ੍ਹਾਂ ਦੇ ਮਨ ਦੇ ਵਿੱਚ ਇਸਲਾਮੀ ਜਨੂਨ ਭਰਿਆ ਹੋਇਆ ਔਰ ਜਿਹੜੇ ਕਿ ਦੇਸ਼ ਦੀ ਏਕਤਾ ਅਖੰਡਤਾ ਨੂੰ ਤੋੜਨਾ ਚਾਹੁੰਦੇ, ਇਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਖਾਸ ਕਰਕੇ ਜਿਵੇਂ ਉੱਤਰ ਪ੍ਰਦੇਸ਼ ਦੇ ਮਾਨਯੋਗ ਮੁੱਖ ਮੰਤਰੀ ਆਦਿਤਿਆ ਯੋਗੀਨਾਥ ਜੀ ਨੇ ਇਹਨਾਂ ਨੂੰ ਸਬਕ ਸਿਖਾਇਆ, ਜਿਸ ਤਰ੍ਹਾਂ ਇਹਨਾਂ ਦੀਆਂ ਪ੍ਰਾਪਰਟੀਆਂ ਕੁਰਕ ਕੀਤੀਆਂ, ਜਿਸ ਤਰੀਕੇ ਦੇ ਨਾਲ ਜਿਹੜਾ ਇਹਨਾਂ ਨੇ ਨੁਕਸਾਨ ਕੀਤਾ ਹੋਏਗਾ ਸਰਕਾਰੀ ਪ੍ਰਾਪਰਟੀ ਦਾ ਜਾਂ ਆਮ ਪ੍ਰਾਈਵੇਟ ਪ੍ਰਾਪਰਟੀ ਦਾ, ਇਹਨਾਂ ਦੀ ਨਿੱਜੀ ਪ੍ਰਾਪਰਟੀ ਨੂੰ ਵੇਚ ਕੇ ਆਕਸ਼ਨ ਕਰਕੇ ਕਰਨਾ ਚਾਹੀਦਾ ਹੈ, ਤਾਂ ਕਿ ਕਿਸੇ ਵੀ ਦੰਗਾਈ ਦੀ ਜ਼ਰੂਰਤ ਨਾ ਪਵੇ ਕਿ ਉਹ ਦੇਸ਼ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਆਪਣੇ ਹੱਥ 'ਚ ਲਏ। ਕੱਲ ਦਾ ਜਿਹੜਾ ਦੰਗਾ ਸੀਗਾ, ਉਹ ਹਰਿਆਣੇ ਦੀ ਭਾਜਪਾ ਸਰਕਾਰ ਦੀ ਟੋਟਲ ਫੇਲੂਅਰ ਹੈ, ਉਹਦੀ ਇੰਟੈਲੀਜੈਂਸ ਦੀ ਫੇਲੂਅਰ ਹੈ ਕਿ ਇੰਨਾ ਵੱਡਾ ਜਨਮਤ ਪ੍ਰਾਪਤ ਕਰਨ ਤੋਂ ਬਾਵਜੂਦ ਵੀ ਇਹ ਮੁੱਠੀ ਭਰ ਜਿਹੜੇ ਲੋਕ ਸੀਗੇ ਉਹਨਾਂ ਨੂੰ ਕਾਬੂ ਨਹੀਂ ਕਰ ਸਕੇ। ਪਵਨ ਜੀ, ਗੱਲ ਕਰੀਏ ਪਿਛਲੇ ਕੁਝ ਸਮੇਂ ਦੇ ਵਿੱਚ, ਜਿਵੇਂ ਕਿ ਹਿੰਦੂ ਨੇਤਾਵਾਂ ਵੱਲੋਂ ਕਹਿ ਦਈਏ ਜਾਂ ਕੋਈ ਧਾਰਮਿਕ ਜਿਹੜੇ ਤੁਹਾਡੇ ਹੈਗੇ ਆ, ਉਹਨਾਂ ਵੱਲੋਂ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕੀਤੀ ਜਾਂਦੀ ਰਹੀ ਹੈ। ਕਿਤੇ ਨਾ ਕਿਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਵਿੱਚ ਇਹੋ ਜਿਹੀਆਂ ਗੱਲਾਂ ਵੀ ਅਹਿਮ ਹੁੰਦੀਆਂ ਕਿ ਕਿਤੇ ਨਾ ਕਿਤੇ ਅਸਰ ਪਾਉਂਦੀਆਂ ਇਸ ਚੀਜ਼ ਤੇ। ਦੇਖੋ, ਹਿੰਦੂ ਰਾਸ਼ਟਰ ਬਣਾਉਣ ਦੀ ਜ਼ਰੂਰਤ ਨਹੀਂ। ਅੰਗਰੇਜ਼ਾਂ ਨੇ ਜਦ ਬਟਵਾਰਾ ਕੀਤਾ, 2 ਨੇਸ਼ਨ ਥਿਊਰੀ ਦੇ ਉੱਤੇ ਇਸ ਦੇਸ਼ ਦੀ ਕਲਪਨਾ ਹੋਈ। ਉਹਨਾਂ ਨੇ ਤੈਅ ਕੀਤਾ ਕਿ ਜਿੱਥੇ ਮੁਸਲਮਾਨ ਬਹੁ ਹੈ ਉਹ ਪਾਕਿਸਤਾਨ ਹੋ ਜਾਏਗਾ ਔਰ ਜਿੱਥੇ ਹਿੰਦੂ ਸਿੱਖ ਹੈ ਉਹ ਹਿੰਦੁਸਤਾਨ ਹੋ ਜਾਏਗਾ। ਤੇ ਇਹ ਜਿਹੜਾ ਹੈ ਪਹਿਲਾਂ ਹੀ 2 ਨੇਸ਼ਨ ਥਿਊਰੀ ਤੇ ਬਣਿਆ ਹੋਇਆ ਹੈ। ਇਹ ਸਾਡੇ ਸਮਾਜ ਦਾ ਇੱਕ ਫਿਤਰਤ ਹੈ, ਜਿਹੜਾ ਪੰਥ ਨਿਰਪੇਖ ਭਾਵਨਾ ਹੈ, ਜਿਹਦੇ 'ਚ ਅਸੀਂ ਕਹਿੰਦੇ ਹਾਂ ਕਿ ਵਸੂਧਾ ਕੁਟੁੰਬ ਯਾਨੀ ਪੂਰਾ ਵਿਸ਼ਵ ਸਾਡਾ ਪਰਿਵਾਰ ਹੈ। ਸਰਬਤ ਦੇ ਭਲੇ ਦੇ ਸਿਧਾਂਤ ਦੇ ਉੱਤੇ ਸਾਡੇ ਹਿੰਦੂ ਸਿੱਖਾਂ ਦਾ ਧਰਮ ਦਾ ਸਿਧਾਂਤ ਟਿਕਿਆ। ਇਹਦੇ ਕਰਕੇ ਕੋਈ ਕਿਸੇ ਨੂੰ ਔਕੜ ਨਹੀਂ ਆਈ। ਪਰ ਜੇ ਹੁਣ ਪਾਕਿਸਤਾਨ ਕਰਨੀ ਅਸੀਂ ਨਜ਼ਰ ਮਾਰੀਏ, ਅਫਗਾਨਿਸਤਾਨ ਨਜ਼ਰ ਮਾਰੀਏ ਜਾਂ ਬਾਂਗਲਾਦੇਸ਼ ਨਜ਼ਰ ਮਾਰੀਏ, ਸਾਡੇ ਗੁਰਦੁਆਰੇ, ਸਾਡੇ ਮੰਦਿਰ ਉੱਥੇ ਸੁਰੱਖਿਅਤ ਨਹੀਂ ਹੈ। ਸਾਡੀ ਬਹੂ ਬੇਟੀਆਂ ਨੂੰ ਜਦੋਂ ਉੱਥੇ ਬਹੁਤ ਮਾਈਨਰ ਘੱਟ ਗਿਣਤੀ 'ਚ ਚੱਕ ਕੇ ਲੈ ਜਾਂਦੇ ਆ, ਉੱਥੇ ਦੀ ਜੁਡੀਸ਼ਰੀ ਮੂੰਹ ਦੇਖਦੀ ਰਹਿ ਜਾਂਦੀ ਹੈ, ਪੁਲਿਸ ਉੱਥੇ ਕੋਈ ਕਾਰਵਾਈ ਨਹੀਂ ਕਰਦੀ। ਸਾਡੇ ਕੰਟਰੀ ਦੇ ਅੰਦਰ ਘੱਟ ਤੋਂ ਘੱਟ ਗਿਣਤੀ ਵਿੱਚ ਰਹਿਣ ਵਾਲੇ ਵਿਅਕਤੀ ਨੂੰ ਵੀ ਪੂਰਾ ਇਨਸਾਫ ਦਿੱਤਾ ਜਾਂਦਾ, ਉਹ ਸੁਪਰੀਮ ਕੋਰਟ ਤੱਕ ਜਾ ਸਕਦਾ, ਪੁਲਿਸ ਪ੍ਰੋਟੈਕਸ਼ਨ ਮਿਲ ਸਕਦੀ ਹੈ, ਉਹ ਸਾਡੇ ਦੇਸ਼ ਦਾ ਰਾਸ਼ਟਰਪਤੀ ਵੀ ਬਣ ਸਕਦਾ। ਆਪਾਂ ਨੇ ਦੇਖਿਆ ਕਿ ਬਹੁਤ ਸਾਰੇ ਰਾਸ਼ਟਰਪਤੀ ਮੁਸਲਿਮ ਵੀ ਹੋਏ।
ਲੇਕਿਨ ਜਿਸ ਤਰੀਕੇ ਨਾਲ ਅਲਪਸੰਖਿਅਕ ਲੋਕਾਂ ਵੱਲੋਂ ਸਾਡੇ ਨਾਲ ਇਸ ਤਰ੍ਹਾਂ ਧੱਕਾ ਹੋਏਗਾ ਕਿ ਬਹੁ ਸੰਖਿਅਕ ਲੋਕਾਂ ਦੇ ਮੰਦਰਾਂ ਦੇ ਉੱਤੇ ਹਮਲੇ ਹੋਣਗੇ, ਉਹਨਾਂ ਦੇ ਧਾਰਮਿਕ ਯਾਤਰਾਵਾਂ ਦੇ ਉੱਤੇ ਹਮਲੇ ਕੀਤੇ ਜਾਣਗੇ, ਫਿਰ ਇਹ ਸਹਿਨਸ਼ੀਲਤਾ ਦੀ ਸੀਮਾ ਤੋਂ ਬਾਹਰ ਹੈ। ਉਦੋਂ ਫਿਰ ਹਿੰਦੂ ਸਮਾਜ ਨੂੰ ਔਰ ਦੂਸਰੇ ਸਮਾਜ ਨੂੰ ਸੋਚਣਾ ਪਏਗਾ ਕਿ ਇਹ ਲਗਾਮ ਲੱਗਣੀ ਚਾਹੀਦੀ ਹੈ, ਇਹ ਲਗਾਮ ਕੱਸੀ ਜਾਣੀ ਚਾਹੀਦੀ ਹੈ। ਹਿੰਦੂਆਂ ਦੇ ਮੰਦਿਰ ਦੀ ਤੁਸੀਂ ਗੱਲ ਕੀਤੀ ਹੈ ਵੀ ਉੱਥੇ ਜਿਹੜੇ ਤੋੜ ਭੰਨ ਕੀਤੀ ਹੈ, ਮਸੀਤਾਂ ਵੀ ਤੋੜੀਆਂ ਗਈਆਂ ਕਿਤੇ ਨਾ ਕਿਤੇ, ਉਹ ਵੀ ਲੋਕ ਜ਼ਖਮੀ ਹੋਏ ਮਰੇ ਵੀ ਹੈ। ਦੇਖੋ ਜਦੋਂ ਪਹਿਲ ਉਹਨਾਂ ਵੱਲੋਂ ਹੋਈ, ਪਹਿਲ ਕਰਕੇ ਉਹਨਾਂ ਨੇ ਸ਼ਾਂਤ ਜਾ ਰਹੀ ਬ੍ਰਿਜ ਮੰਡਲ ਦੀ ਯਾਤਰਾ ਤੇ ਹਮਲਾ ਕਿਹਾ, ਬੱਚਿਆਂ ਨੂੰ ਮਾਰਿਆ ਗਿਆ, ਪੁਲਿਸ ਫੋਰਸ ਨੂੰ ਗੋਲੀਆਂ ਮਾਰ ਦਿੱਤੀਆਂ ਗਿਆ, ਸਰੇਆਮ ਫਾਇਰਿੰਗ ਕੀਤੀ ਗਈ। ਅੱਜ ਮੀਡੀਆ ਨੇ ਰਿਪੋਰਟ ਕੀਤੀ, ਸਦਾਲੂ ਨੇ ਦੱਸਿਆ ਕਿ ਪਹਾੜਾਂ ਦੇ ਉੱਪਰੋਂ ਗੋਲੀਆਂ ਚਲਾਈਆਂ ਗਈਆਂ। ਤਾਂ ਇਸ ਤੋਂ ਜਦੋਂ ਇਸ ਤਰ੍ਹਾਂ ਦੀ ਕੋਈ ਘਟਨਾ ਹੋਏਗੀ ਤਾਂ ਨੈਚੁਰਲੀ ਡਿਫੈਂਸ 'ਚ ਵੀ ਪ੍ਰਤੀਕਿਰਿਆ ਆਏਗੀ। ਇਹ ਕੋਈ ਗਾਂਧੀ ਜੀ ਦੇ ਸਮਰਥਕ ਤੇ ਹੈ ਨਹੀਂ ਸਾਰੇ ਹਿੰਦੂ ਸਮਾਜ ਦੇ ਲੋਕ। ਇਸ ਹਿੰਦੂ ਸਮਾਜ 'ਚ ਸੁਭਾਸ਼ ਚੰਦਰ ਬੋਸ, ਮਹਾਰਾਣੀ ਝਾਂਸੀ, शिवाजी मराठे और गुरु गोबिंद सिंह जी ਦੇ ਅਸੀਂ ਪੈਰੋਕਾਰ ਹੈ ਵੀ ਜੇ ਸ਼ਾਂਤੀ ਬਣੀ ਰਹੇਗੀ ਤਾਂ ਬਰਾਬਰ ਸ਼ਾਂਤੀ ਬਣੇਗੀ। ਅਗਰ ਕੋਈ ਅਸ਼ਾਂਤੀ ਫੈਲਾਉਣ ਦੀ ਕੋਸ਼ਿਸ਼ ਕਰੇਗਾ ਫਿਰ ਮਜਬੂਰਨ ਜਵਾਬ ਦੇਣ ਦੀ ਪ੍ਰਤੀਕਿਰਿਆ ਨੈਚੁਰਲ ਹੈ, ਕੁਦਰਤੀ ਹੈ, ਕਿਸੇ ਵੱਲੋਂ ਸਿਖਾਈ ਨਹੀਂ ਗਈ। ਦੇਸ਼ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਧਾਰਮਿਕ ਸੰਪਰਦਾਇ ਦੇ, ਜਿਵੇਂ ਜਿਸ ਤਰ੍ਹਾਂ ਦੀਆਂ ਘਟਨਾਵਾਂ ਲਗਾਤਾਰ ਵਧੀਆਂ ਜਾ ਰਹੀਆਂ, ਕਿਵੇਂ ਦੇਖਦੇ ਹੋ? ਮਣੀਪੁਰ ਦੀ ਘਟਨਾ ਦਾ ਵੀ ਆਪਾਂ ਜ਼ਿਕਰ ਕਰਾਂਗੇ, ਮਣੀਪੁਰ 'ਚ ਵੀ ਇਦਾਂ ਦੀ ਕੁਝ ਹੋਇਆ, ਕਿਵੇਂ ਦੇਖਦੇ ਹੋ? ਦੇਖੋ ਸਭ ਤੋਂ ਪਹਿਲਾਂ ਤਾਂ ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਮੁੱਖ ਹੋਣ ਦੇ ਨਾਤੇ ਸਾਡੀ ਅਪੀਲ ਹੈ ਕਿ ਸਮਾਜ ਦੇ ਸਾਰੇ ਲੋਕਾਂ ਨੂੰ ਸ਼ਾਂਤੀ ਦੇ ਨਾਲ ਰਹਿਣਾ ਚਾਹੀਦਾ ਹੈ, ਭਾਈਚਾਰੇ ਨਾਲ ਰਹਿਣਾ ਚਾਹੀਦਾ, ਕਿਸੇ ਨੂੰ ਵੀ ਪ੍ਰਕਾਰ ਦੀ ਕਾਰਵਾਈ ਨਹੀਂ ਕਰਨੀ ਚਾਹੀਦੀ। ਆਪਾਂ ਨੇ ਸਾਰਿਆਂ ਨੇ ਦੇਖਿਆ ਕਿ ਮੁਹਰਮ ਦਾ ਜਲੂਸ ਨਿਕਲਿਆ ਜਿਸ ਨੂੰ ਮਾਤਮੀ ਜਲੂਸ ਕਿਹਾ ਜਾਂਦਾ ਹੈ, ਔਰ ਉਹਦੇ ਵਿੱਚ ਕਿਸੇ ਵੀ ਵਿਅਕਤੀ ਨੇ, ਹਿੰਦੂ ਸਮਾਜ ਨੇ ਜਾਂ ਕਿਸੇ ਨੇ ਵੀ ਵਿਰੋਧ ਨਹੀਂ ਕੀਤਾ। ਮੁਹਰਮ ਦੇ ਜਲੂਸ 'ਚ ਲੋਕ ਲਾਠੀਆਂ ਲੈ ਕੇ, ਭਾਲੇ ਲੈ ਕੇ, ਤਲਵਾਰ ਲੈ ਕੇ, ਬੰਦੂਕ ਲੈ ਕੇ ਜਾ ਰਹੇ ਨੇ ਔਰ ਜਾ ਰਹੀ ਬੱਸ ਦੇ ਉੱਤੇ ਹਮਲਾ ਕਰ ਰਹੇ ਨੇ, ਜਾ ਰਹੇ ਰਾਹਗੀਰਾਂ ਤੇ ਹਮਲਾ ਕਰ ਰਹੇ ਨੇ। ਇਹ ਕੈਸਾ ਮਾਤਮੀ ਜਲੂਸ ਸੀਗਾ ਕਿ ਜਿਹਦੇ ਵਿੱਚ ਤੁਸੀਂ ਜਾ ਕੇ ਆਮ ਨਾਗਰਿਕਾਂ ਦੀ ਹੱਤਿਆ ਕਰ ਦੋ, ਆਮ ਨਾਗਰਿਕਾਂ ਨੂੰ ਗੋਲੀਆਂ ਮਾਰੋ, ਆਮ ਨਾਗਰਿਕਾਂ ਦੇ ਪੱਤਰ ਮਾਰੋ। ਇਹ ਜਿਹੜੀ ਮਾਨਸਿਕਤਾ ਹੈ ਇਸ ਦੇ ਉੱਤੇ ਰੋਕ ਲੱਗਣੀ ਪਏਗੀ। ਇਹ ਕੋਈ ਤਾਲਿਬਾਨ ਦਾ ਦੇਸ਼ ਨਹੀਂ ਹੈ, ਇਹ ਹਿੰਦੁਸਤਾਨ ਹੈ ਤੇ ਮਹਾਤਮਾ ਬੁੱਧ, ਮਹਾਤਮਾ ਗਾਂਧੀ ਵਰਗੇ ਵਿਦਵਾਨ ਲੋਕ ਰਹੇ, ਗੁਰੂ ਨਾਨਕ ਦੇਵ ਜੀ ਦੀ ਜਨਮ ਭੂਮੀ ਹੈ, ਇਹ ਸ਼੍ਰੀ ਰਾਮ ਚੰਦਰ, ਸ਼੍ਰੀ ਕ੍ਰਿਸ਼ਨ ਜੀ ਦੀ ਜਨਮ ਭੂਮੀ ਹੈ। ਇੱਥੇ ਜੇ ਤੁਸੀਂ ਸ਼ਾਂਤੀ ਨੂੰ ਭੰਗ ਕਰੋਗੇ ਤਾਂ ਜਵਾਬ ਬਰਾਬਰ ਮਿਲੇਗਾ। ਔਰ ਸਾਨੂੰ ਇਸ ਗੱਲ ਤੇ ਇਤਰਾਜ਼ ਹੈ ਕਿ ਹਰਿਆਣਾ ਪੁਲਿਸ ਜਾਂ ਆਰਮਡ ਪੁਲਿਸ ਨੂੰ 에ਅਰ ਲਿਫਟ ਕਿਉਂ ਕਰਾਇਆ, ਕਿਉਂ ਨਹੀਂ ਉਹਨਾਂ ਦੰਗਾਈਆਂ ਨੂੰ ਗੋਲੀ ਮਾਰ ਕੇ ਰਸਤਾ ਬਣਾ ਕੇ ਸਾਡੀ ਫੋਰਸ ਗਈ? ਕਿਉਂਕਿ ਕਿਸੇ ਵੀ ਦੰਗਾਈ ਨੂੰ ਅਧਿਕਾਰ ਨਹੀਂ ਹੈ ਕੋਈ ਸੰਵਿਧਾਨ ਔਰ ਕਾਨੂੰਨ ਨੂੰ ਰੋਂਦੇ ਔਰ ਸਾਡੀ ਦੇਸ਼ ਦੀ ਜਿਹੜੀ ਸਿਕਿਉਰਿਟੀ ਫੋਰਸਿਸ ਹੈ ਉਹਦਾ ਰਸਤਾ ਰੋਕ ਲੇ। ਇਹ ਕਾਇਰਾਨਾ ਹਰਕਤ ਸੀਗੀ। ਇਸ ਤਰ੍ਹਾਂ ਦੀ ਹਰਕਤ ਸਰਕਾਰ ਨੂੰ ਬਰਦਾਸ਼ਤ ਨਹੀਂ ਕਰਨੀ ਚਾਹੀਦੀ। ਮੇਰੀ ਮੰਗ ਹੈ ਕਿ ਕੇਂਦਰ ਸਰਕਾਰ ਸਿੱਧਾ ਦਖਲ ਦੇ। ਇਹੋ ਜਿਹੀਆਂ ਜਿਹੜੀਆਂ ਤਾਕਤਾਂ ਸੀ ਜਿਨ੍ਹਾਂ ਨੇ ਸੰਵਿਧਾਨ ਨੂੰ ਚੁਣੌਤੀ ਦਿੱਤੀ, ਜਿਨ੍ਹਾਂ ਨੇ ਸਾਡੇ ਕਾਨੂੰਨ ਵਿਵਸਥਾ ਦੇ ਰਖਵਾਲੇ ਨੂੰ ਰਸਤਾ ਨਹੀਂ ਦਿੱਤਾ, ਇਹੋ ਜਿਹੀਆਂ ਤਾਕਤਾਂ ਨੂੰ ਰੋਣ ਦਿੱਤਾ ਜਾਣਾ ਚਾਹੀਦਾ ਹੈ ਤਾਂ ਕਿ ਕਿਸੇ ਤਰ੍ਹਾਂ ਪੰਜਾਬ ਜਾਂ ਹਰਿਆਣਾ ਜਾਂ ਕੋਈ ਵੀ ਸੂਬਾ, ਚਾਹੇ ਉਹ ਮਨੀਪੁਰ ਹੋਵੇ, ਮਨੀਪੁਰ 'ਚ ਵੀ ਜਿਨ੍ਹਾਂ ਨੇ ਇਸਤਰੀਆਂ ਨੂੰ ਨੰਗਾ ਕਰਕੇ ਘੁਮਾਇਆ, ਚਾਹੇ ਉਹ ਕਿਸੇ ਵੀ ਫਿਰਕੇ ਦੇ ਹੋਣ, ਚਾਹੇ ਉਹ ਕਿਸੇ ਵੀ ਧਰਮ ਨਾਲ ਤਾਲੁਕ ਰੱਖਦੇ ਹੋਣ, ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਕਿਸੇ ਵੀ ਇਸਤਰੀ ਦੀ ਮਰਿਆਦਾ ਦੇ ਨਾਲ ਛੇੜਛਾੜ शिव सेना हिंदुस्तान कतई बर्दाश्त नहीं करेगी, चाहे वो किसी भी धर्म या फिरके के दोषी हों। ਤਾਂ ਹਿੰਦੁਸਤਾਨ ਸ਼ਿਵ ਸੈਨਾ ਦੇ ਪ੍ਰਮੁੱਖ ਜਿਹੜੇ ਸਾਡੇ ਨਾਲ ਪਵਨ ਗੁਪਤਾ ਸੀ, ਜਿਨ੍ਹਾਂ ਨੇ ਹਰਿਆਣਾ ਦੇ ਵਿੱਚ ਹੋਈ ਇਸ ਘਟਨਾ ਦੀ ਨਿੰਦਾ ਕੀਤੀ ਹੈ। ਉਹਨਾਂ ਨੇ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਕਿਤੇ ਨਾ ਕਿਤੇ ਹਰਿਆਣਾ ਸਰਕਾਰ ਦੀ ਫੇਲੀਅਰ ਹੈ ਔਰ ਕੇਂਦਰ ਸਰਕਾਰ ਦੀ ਵੀ ਇੰਟੈਲੀਜੈਂਸ ਦੀ ਫੇਲੀਅਰ ਹੈ, ਕਿਉਂਕਿ ਇੰਨਾ ਵੱਡਾ ਦੰਗੇ ਹੋ ਜਾਂਦੇ ਆ ਪਰ ਕਿਤੇ ਨਾ ਕਿਤੇ ਸਰਕਾਰਾਂ ਵੱਲੋਂ ਉਹ ਕੰਮ ਨਹੀਂ ਕੀਤੇ ਗਏ ਜਿਹੜੇ ਵੀ ਮੌਕੇ 'ਤੇ ਕਰਨੇ ਚਾਹੀਦੇ ਸੀ। ਤਾਂ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਇਸ ਚੀਜ਼ ਦੀ ਨਿੰਦਾ ਕੀਤੀ ਗਈ ਹੈ। ਇਸ ਦੇ ਨਾਲ ਹੀ ਇਹਨਾਂ ਦਾ ਇਹ ਕਹਿਣਾ ਕਿ ਜਿਵੇਂ ਕਿ ਹਰਿਆਣਾ ਦੇ ਵਿੱਚ ਭਾਜਪਾ ਦੀ ਸਰਕਾਰ ਆ ਔਰ ਯੂਪੀ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਆ ਔਰ ਯੋਗੀ ਆਦਿੱਤਿਆਨਾਥ ਵੱਲੋਂ ਜਿਸ ਤਰ੍ਹਾਂ ਦੇ ਕਦਮ ਚੱਕੇ ਜਾ ਰਹੇ ਆ ਜਿਹੜੇ ਫਿਰਕਾ ਪ੍ਰਸਤ ਆ ਉਹਨਾਂ ਵਾਸਤੇ, ਤਾਂ ਉਸ ਕਰਕੇ ਇਹ ਜਿਹੇ ਕਦਮ ਹਰਿਆਣਾ ਸਰਕਾਰ ਨੂੰ ਵੀ ਚੱਕਣੇ ਚਾਹੀਦੇ ਆ। ਤਾਂ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਵੀ ਇਸ ਘਟਨਾ ਨੂੰ ਲੈ ਕੇ ਹੁਣ ਰੋਜ਼ ਦੇਖਣ ਨੂੰ ਮਿਲ ਰਿਹਾ। ਕੈਮਰਾਮੈਨ ਸੰਦੀਪ ਦੇ ਨਾਲ ਨਿਊਜ਼ ਐਂਡ ਪੰਜਾਬੀ ਲਈ ਪਟਿਆਲਾ ਤੋਂ ਚਰਨਜੀਤ ਸਿੰਘ ਕੋਹਲੀ ਦੀ ਰਿਪੋਰਟ।